ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅੱਜ ਦਾ ਇਹ ਪਹਿਲਾ ਪੋਡਕਾਸਟ ਸਾਕੀ ਸਟੂਡੀਓ ਨੇ ਜਿਹੜੇ ਬੰਦੇ ਦਾ ਇੰਤਖਾਬ ਕੀਤਾ ਹੈ, ਉਹ ਬਿਲਾਸ਼ੁਬਾ ਪੰਜਾਬੀ ਨਜ਼ਮ ਤੇ ਪੰਜਾਬੀ ਲਹਿਜੇ ਔਰ ਪੰਜਾਬੀ ਦੋੜੇ ਦਾ ਇੱਕ ਬੜਾ ਹੀ ਮੁਨਫਰਿਦ ਔਰ ਆਪਣੇ ऐद ਦਾ ਇੱਕ ਬੜਾ ਭਰਵਾਂ ਔਰ ਬੜਾ ਮੁਹਾਨ ਸ਼ਾਇਰ ਹੈ। ਔਰ ਸਾਕੀ ਸਟੂਡੀਓ ਨੇ ਇਹਨਾਂ ਦੀ ਸਾਡੀ ਪੂਰੀ ਟੀਮ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਐਸੇ ਬੰਦਿਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ ਕਿ ਜਿਨ੍ਹਾਂ ਬੰਦਿਆਂ ਕੋਲ ਵਰਕ ਤੇ ਹੈ, ਪਲੇਟਫਾਰਮ ਨਹੀਂ ਹੈ, ਜਿਹੜਾ ਉਹਨਾਂ ਦਾ ਮੁਕਾਮ ਹੈ, ਉਸ ਮੁਕਾਮ ਤੇ ਉਹ ਕਿਉਂ ਨਹੀਂ ਜਾ ਰਹੇ, ਇਸ ਦੇ ਪਿੱਛੇ ਕੀ ਵਜੂਹਾਤ ਨੇ। ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸਾਡੇ ਸਾਕੀ ਸਟੂਡੀਓ ਦੇ ਜਿਹੜੇ ਸਰਪ੍ਰਸਤ ਆਲਾ ਨੇ ਜਨਾਬ ਸ਼ਬੀਰ ਸ਼ੋਰਿਸ਼ ਸਾਹਿਬ ਔਰ ਜਨਾਬ ਤਾਰਕ ਨਸੀਮ ਸਾਹਿਬ ਨੇ ਇੱਕ ਐਸੇ ਬੰਦੇ ਦਾ ਇੰਤਖਾਬ ਕੀਤਾ ਹੈ ਕਿ ਜਿਨ੍ਹਾਂ ਦੇ ਸ਼ੇਰ ਤੋਂ ਤੁਸੀਂ ਦੋਸਤ ਸਾਰੇ ਵਾਕਫ ਹੋ। ਉਹਨਾਂ ਦੇ ਦੋੜਿਆਂ ਦੇ ਕੁਝ ਮਿਸਰੇ ਤੇ ਜ਼ਰਬੁਲ ਮਿਸਲ ਬਣ ਚੁੱਕੇ ਨੇ, ਆਮ ਪਿੰਡਾਂ 'ਚ ਗਲੀਆਂ ਮਹੱਲਿਆਂ ਦੇ ਵਿੱਚ ਜ਼ਰਬੁਲ ਮਿਸਲ ਦੇ ਤੌਰ ਤੇ ਇਸਤੇਮਾਲ ਹੁੰਦੇ ਨੇ, ਪਰ ਉਹਨੂੰ ਸ਼ਾਇਦ ਦੇ ਨਾਂ ਦਾ ਕਿਸੇ ਨੂੰ ਨਹੀਂ ਪਤਾ। ਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੇ ਹੀ ਸੋਹਣੇ ਔਰ ਮਨਮੋਹਣੇ ਔਰ ਖੂਬਸੂਰਤ ਮਿਸਰਿਆਂ ਦੇ ਔਰ ਖੂਬਸੂਰਤ ਸ਼ੇਰਾਂ ਦੇ ਸ਼ਾਇਰ ਜਨਾਬ ਅਨੀਫ ਸਿੱਦਕ ਸਾਹਿਬ ਨਾਲ ਕਰਾ ਰਹੇ ਹਾਂ। ਅਨੀਫ ਸਿੱਦਕ ਸਾਹਿਬ ਵੈਲਕਮ, ਜੀ ਆਇਆਂ ਨੂੰ। ਤੇ ਸਾਨੂੰ ਥੋੜਾ ਜਿਹਾ ਆਪਣੀ ਇਬਤਦਾਈ ਜ਼ਿੰਦਗੀ ਦੇ ਬਾਰੇ ਜਿਹੜਾ ਹੈ ਨਾ ਉਹ ਦੱਸੋ। ਇਬਤਦਾਈ ਜ਼ਿੰਦਗੀ ਦਾ ਖੋਲ ਕੇ ਦੱਸੋ ਨਾ ਜਨਾਬ, ਕਿ ਕੀ ਤੁਸੀਂ ਇਬਤਦਾਈ ਜ਼ਿੰਦਗੀ ਦੇ 100 ਮਸਲੇ ਨੂੰ ਕਿਹੜਾ ਪੁੱਛਣਾ ਚਾਹੁੰਦੇ ਤੁਸੀਂ? ਮੈਂ ਤੁਹਾਡੇ ਕੋਲ ਸਿਰਫ ਸ਼ਾਇਰੀ ਦੀ ਹੱਦ ਤੱਕ ਕਿ ਸ਼ਾਇਰੀ ਦਾ ਆਗਾਜ਼ ਤੁਸੀਂ ਕਦੋਂ ਕੀਤਾ, ਉਹਦੇ ਪਿੱਛੇ ਕੀ ਤਹਿਰੀਕ ਸੀ ਕਿ ਜਿਹੜਾ ਇਹ ਮੁਹੰਮਦ ਹਨੀਫ ਅੱਜ ਹਨੀਫ ਸਿੱਦਕ ਬਣਿਆ ਬੈਠਾ ਹੈ, ਇਸ ਦੇ ਪਿੱਛੇ ਕੀ ਕਥਾਰਸਸ ਸਨ, ਕਿਹੜੀਆਂ ਮੁਸ਼ੱਕਤਾਂ ਸਨ, ਜਾਂ ਤੁਹਾਡੇ ਦਿਲ 'ਚ ਕਿਹੜਾ ਉਬਾਲ ਸੀ ਜਿਹੜਾ ਬਾਹਰ ਆਇਆ? ਵਜ੍ਹਾ ਜੀ, ਮੈਂ ਕੁਝ ਸ਼ਾਇਰ ਨੇ ਉਹ ਜਿਹੜਾ ਤੁਸੀਂ ਸਵਾਲ ਕੀਤਾ ਹੈ ਇਹਦੇ ਮੁਤਾਬਕ ਜਵਾਬ ਦੇ ਦੇਣਾ ਜੀ ਜਿਨ੍ਹਾਂ ਦਾ ਵੀ ਇੰਟਰਵਿਊ ਕੀਤਾ ਜਾਏ। ਮੇਰੇ ਨਜ਼ਦੀਕ ਇਹਦੇ ਵਿੱਚ ਜਹਾਨ ਦਾ ਕੋਈ ਮਸਲਾ ਨਹੀਂ ਕਿ ਬੰਦਾ ਸ਼ਾਇਰ ਕਿਹੜੀ ਵਜ੍ਹਾ ਤੋਂ ਬਣੇ। ਜੀ ਠੀਕ ਹੈ ਨਾ ਜੀ। ਹਾਂ, ਨਾ ਹੀ ਕੋਈ ਵਜ੍ਹਾ ਹੁੰਦੀ ਹੈ ਸਿਵਾ ਅਤਾਏ ਖੁਦਾ ਤੋਂ। ਜੀ ਮਾਸ਼ਾਅੱਲਾ, ਕੋਈ ਵਜ੍ਹਾ ਨਹੀਂ ਹੁੰਦੀ, ਸਿਰਫ ਇਹ ਕਿ ਕਿਸੇ ਸ਼ਾਇਰ ਦਾ ਸ਼ਾਇਰ ਚਿਰਕਾ ਜਾਗ ਗਿਆ, ਜੀ ਕਿਸੇ ਦਾ ਮੁਰਦਾ ਰਹਿ ਗਿਆ, ਕਿਸੇ ਦਾ ਮੁਫਤੀ ਦੀ ਵਜ੍ਹਾ ਤੋਂ, ਕਿਸੇ ਦਾ ਮਸਰੂਫੀਅਤ ਦੀ ਵਜ੍ਹਾ ਤੋਂ, ਕਿਸੇ ਦਾ ਬਰਾਦਰਾਨੇ ਦੀ ਵਜ੍ਹਾ ਤੋਂ। ਜੀ ਮੈਂ ਅਲਹਮਦੁਲਿਲਾ ਦੂਸਰੀ ਕਲਾਸ ਤੋਂ ਸ਼ਾਇਰ ਹਾਂ ਜੀ। ਅੱਛਾ ਜੀ। ਔਰ ਉਸ ਟਾਈਮ ਜਿਵੇਂ ਦਾ ਜ਼ੇਨ ਆ ਬਚਪਨਾ ਤੇ ਉਹ ਮਜ਼ਾਇਆ ਮਜ਼ੂਇਆ ਦੋ ਤਰ੍ਹਾਂ ਚੀਜ਼ਾਂ ਲਿਖੀਆਂ, ਉਹ ਜਦੋਂ ਮੈਂ ਮੁਲਕ ਸੁਣੀਆਂ ਤੇ ਉਦੋਂ ਪਤਾ ਲੱਗਾ ਕਿ ਮੈਨੂੰ ਨਹੀਂ ਸੀ ਪਤਾ ਮੈਂ ਸ਼ਾਇਰ ਹਾਂ। ਮੈਨੂੰ ਬੰਦਿਆਂ ਦੱਸਿਆ ਤੂੰ ਸ਼ਾਇਰ। ਅੱਛਾ ਜੀ। ਜਦੋਂ ਉਹਨਾਂ ਸੁਣਿਆ ਤੇ ਉਹ ਮੈਨੂੰ ਸ਼ੱਕ ਪਾਉਣ ਲੱਗ ਪਿਆ ਕਿ ਮੈਂ ਸ਼ਾਇਰ ਹਾਂ। ਅੱਛਾ ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਜਿਵੇਂ ਜਿਵੇਂ ਮੇਰੀ ਏਜ ਵੱਧਦੀ ਹੈ ਮੈਂ ਹਕੀਕਤ ਵਾਲੇ ਪਾਸੇ ਚੱਲਦਾ ਆਇਆ, ਲੇਕਿਨ ਸਟੇਜ ਦੀ ਉਮਰ ਮੇਰੀ ਬਹੁਤ ਘੱਟ ਹੈ। ਅੱਛਾ, ਸ਼ਾਇਰਾਨਾ ਜ਼ਿੰਦਗੀ ਮੇਰੀ ਬਹੁਤ ਜ਼ਿਆਦਾ ਹੈ ਜੀ। ਕਿਸ ਵਾਸਤੇ ਕਿ ਭਾਵੇਂ ਮੁਫਲਸੀ ਸਮਝ ਲਓ ਜਾਂ ਮੇਰੀ ਨਾਕਾਬਲੀ, ਜਿਵੇਂ ਵੀ ਕਿਸੇ ਵਜ੍ਹਾ ਨਾਲ ਵੀ ਮੈਂ ਸਟੇਜ ਤੇ ਬਹੁਤ ਲੇਟ ਆਇਆ ਜੀ। ਔਰ ਸ਼ਾਇਰੀ ਮੇਰੀ ਦਾ ਇਹ ਜਿਹੜਾ ਪਹਿਲਾ ਦੌੜਾ ਮੇਰੀ ਜ਼ਿੰਦਗੀ ਦਾ ਨਾ ਪਹਿਲਾ ਦੌੜਾ ਉਹ ਇਹ ਸੀ ਕਿ ਬਲਾ ਕਿ ਦਿਲਾ ਕਮਲੇ ਕਮਲੀਆਂ ਸੋਚਾਂ ਨਹੀਂ ਬਿਨਾਂ ਕਾਂਜਣੋਂ ਖੂਹ ਨੂੰ ਵਗਦੇ। ਅੱਲਾ ਜਾਣਦਾ ਸੋਹਣੀਆਂ ਗੁਜ਼ਰਾਂ ਵਿੱਚ ਸਾਰੇ ਸੱਜਣ ਨਿਭਾ ਨਹੀਂ ਸਕਦੇ। ਕਿਉਂ? ਉਸ ਲਈ ਸਿਦਕ ਨੇ ਸੀ ਹਨੀਫ ਸੀ ਕਿ ਜਿੱਥੇ ਰਾਠ ਚਾ ਪੈਰ ਹਨੀਫ ਧਰਨ ਉੱਥੇ ਘਟੀਆ ਖੂਨ ਨਹੀਂ ਤੱਕਦੇ। ਤੈਨੂੰ ਆਪਣੇ ਮੂੰਹ ਵਿੱਚੋਂ ਆਖਣਾ ਪਉਸੀ ਮਰ ਬੰਨਣ ਕਿਰਾਏ ਦੇ ਲੱਗਦੇ। ਇਹ ਜੀ ਮੇਰਾ ਪਹਿਲਾ ਦੌੜਾ। ਲਤੀਫ ਸਾਜਿਦ ਸਾਹਿਬ। ਉਸ ਤੋਂ ਬਾਅਦ ਅਲਹਮਦੁਲਿਲਾ ਮੈਨੂੰ ਨਹੀਂ ਪਤਾ ਲੱਗਾ, ਮੈਂ ਆਪਣੇ ਆਪ ਨੂੰ ਅੱਜ ਵੀ ਨਹੀਂ ਸ਼ਾਇਰ ਸਮਝਦਾ, ਉਦੋਂ ਵੀ ਸ਼ਾਇਰ ਨਹੀਂ ਸਮਝਦਾ। ਇਹ ਇਸਦਾ ਨੇ ਇਹ ਅੱਲਾਹ ਤਾਲਾ ਦੀਆਂ ਦਿੱਤੀਆਂ ਆ। ਇਸ ਵਾਸਤੇ ਉਹ ਮੇਰਾ ਦਿਲ ਕਰਦਾ ਕਿ ਮੈਂ ਜਨਾਬ ਨੂੰ, ਮੇਰੇ ਮੁਹਤਰਮ ਜਿਹੜੇ ਵੀ ਬੈਠੇ ਨੇ, ਤੇ ਜਨਾਬ ਦੀ ਨਜ਼ਰ ਕਰਕੇ ਮੈਂ ਇਹ ਆਖ ਸਕਣਾ ਕਿ ਉਹ ਜੋ ਰੱਬ ਹੋਇਆ, ਰੱਬ ਆਲਿਆਂ ਨੂੰ ਜਦੋਂ ਉਹ ਵਿੜਿਆ ਸਕਦਾ ਹੈ। ਅੱਛਾ, ਉਹ ਜੋ ਰੱਬ ਹੋਇਆ, ਰੱਬ ਆਲਿਆਂ ਨੂੰ ਜਿੱਦਾਂ ਉਹ ਵਿੜਿਆ ਸਕਦਾ ਹੈ। ਹੱਥਾਂ ਕਰਵਿਆਂ ਖੌਰਿਆਂ ਛਾਲਿਆਂ ਨੂੰ ਜਿੱਦਾਂ ਉਹ ਵਿੜਿਆ ਸਕਦਾ ਹੈ। ਹਣ ਧੋਤਿਆਂ ਤੇ ਅਣਘਾਲਿਆਂ ਨੂੰ ਜਿੱਦਾਂ ਉਹ ਵਿੜਿਆ ਸਕਦਾ ਹੈ। ਹੋਵੇ ਸਿਦਕ ਤੇ ਕੋਝਿਆਂ ਕਾਲਿਆਂ ਨੂੰ ਜਿੱਦਾਂ ਉਹ ਵਿੜਿਆ। ਅੱਛਾ ਹਨੀਫ ਸਿੱਦਕ ਸਾਹਿਬ, ਅਸੀਂ
ਤੁਹਾਨੂੰ ਕਿਉਂਕਿ ਤੁਸੀਂ ਸਾਡੇ ਹਾਫਿਜ਼ਾਬਾਦ ਦੇ ਹੋ, ਸਾਡਾ ਮਾਨਸਤਾਨ ਅਕਸਰ ਤੁਹਾਨੂੰ ਸੁਣਦਿਆਂ ਦਾ ਵੀ ਹੈ। ਤੁਹਾਡੀ ਜਿਹੜੀ ਸ਼ਾਇਰੀ ਹੈ ਨਾ, ਉਹਦੇ ਵਿੱਚ ਗੁਰਬਤ ਔਰ ਦੁੱਖ ਦਾ ਜਿਹੜਾ ਪਹਿਲੂ ਹੈ ਨਾ, ਉਹ ਬਹੁਤ ਨੁਮਾਇਆ ਹੈ। ਸਲਾਮਤ। ਇਸ ਦੇ ਪਿੱਛੇ ਕੀ ਵਜੂਹਾਤ ਨੇ ਕਿ ਤੁਸੀਂ ਇਸ ਪਹਿਲੂ ਦੇ ਨੁਮਾਇਆ ਹੋਣ ਦੇ ਪਿੱਛੇ ਕੀ ਵਜੂਹਾਤ ਨੇ, ਉਸ ਬਾਰੇ ਸਾਨੂੰ ਥੋੜਾ ਜਿਹਾ ਦੱਸੋ। ਇਹਨਾਂ ਦਾ ਇਹ ਹਜ਼ੂਰ ਇਹ ਹੈ ਕਿ ਉਹਨਾਂ ਕਿਸੇ ਦਾ ਸਾਂਭ ਕੇ ਕੀ ਰੱਖਣਾ ਜਿਹੜੇ ਅੱਛਾ। ਆਪਣਾ ਮਾਨ ਲੁਟਾ ਬੈਠੇ। ਅੱਛਾ ਅੱਛਾ ਅੱਛਾ। ਅਸਲ ਵਜ੍ਹਾ ਇਹ ਕਿ ਮੈਂ ਆਪ ਜ਼ਿੰਦਗੀ 'ਚ ਦੁੱਖਾਂ ਦੇ ਇੱਕ ਇੱਜੜ ਵੇਖੇ ਹੂੰ ਜੀ। ਹੂੰ ਗੁਰਬਤ ਜਿਹੜੀ ਹੈ ਇਹ ਮੇਰੀ ਜਾਗੀਰ ਬਣ ਕੇ ਰਹਿ ਗਈ। ਹੂੰ ਠੀਕ ਹੈ ਜੀ। ਅੱਛਾ, ਇਸ ਤਰ੍ਹਾਂ ਸਮਝੋ ਕਿ ਉਹਦਾ ਮੇਰੇ ਨਾਲ ਪਿਆਰ, ਮੇਰਾ ਉਹਦੇ ਨਾਲ ਪਿਆਰ। ਲੇਕਿਨ ਇੱਕ ਗੱਲ ਹੈ, ਇਸ ਚੀਜ਼ ਦੇ ਵਿੱਚ ਜੋ ਮੈਨੂੰ ਸਾਬਤ ਹੋਇਆ ਹੈ, ਹੂੰ। ਮੈਂ ਇਹ ਆਖ ਸਕਦਾ ਕਿ ਹਰੇ ਬਖਤ ਨਿਸ਼ਾਨੀਆਂ ਇੰਜ ਦਿੱਤੀਆਂ, ਗੁਰਬਤ ਨੂੰ ਵੀਟ ਚ ਦਿੱਤੀ। ਹੋਏ ਹਾਏ। ਵਾਹ 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 ਹਰੇ ਬਖਤ ਨਿਸ਼ਾਨੀਆਂ ਜੀ। ਇੰਜ ਦਿੱਤੀਆਂ, ਗੁਰਬਤ ਨੂੰ ਵੀਟ ਚ ਦਿੱਤੀ। ਢਿੱਲੀ ਨੱਪ ਕੇ ਬੋਗਸ ਦੀ ਮਾਚਸ ਤੇ ਹਾਲਾਤ ਜਰੀਟ ਚ ਦਿੱਤੀ। ਤੇ ਢੱਲੇ ਜਦਨ ਪਛਾਵੇਂ ਦੁਸ਼ਮਣਾਂ ਨੂੰ ਵਾਹ। ਤਕਦੀਰਾਂ ਸੀਟ ਚ ਦਿੱਤੀ। ਵੱਧ ਕੇ ਹੋਇਆ ਬੇ ਇਦੋਂ ਸਿਦਕ ਤੇ ਬਖਤਾਂ ਕੰਡ ਕੀਤੀ, ਉਦੋਂ ਲੱਗਦੇ ਆ ਢੀਟ ਚ ਦਿੱਤੀ। ਵਾਹ ਵਾਹ। ਮਾਲਕ ਸਲਾਮ। ਕੀ ਬਾਤ ਬਸ ਹੈ, ਫਿਰੋ। ਕਿਆ ਜ਼ਿੰਦਾਬਾਦ। ਅੱਛਾ ਹਨੀਫ ਸਿੱਦਕ ਸਾਹਿਬ, ਤੁਹਾਨੂੰ ਆਪਣੇ ਕਲਚਰ ਨਾਲ, ਆਪਣੇ ਇਸ ਜਿਹੜੀ ਸਕਾਫਤ ਹੈ ਉਹਦੇ ਨਾਲ ਤੁਹਾਡੀ ਸ਼ਾਇਰੀ ਜਿਹੜੀ ਹੈ ਉਹ ਤੁਹਾਡੇ ਕਲਚਰ ਔਰ ਸਕਾਫਤ ਦਾ ਜਿਹੜਾ ਹੈ ਨਾ ਰੰਗ ਉਹਦੇ ਚ ਬਹੁਤ ਜ਼ਿਆਦਾ ਹੈ। ਔਰ ਤੁਸੀਂ ਜਿਹੜੇ ਜਿੰਨੇ ਵੀ ਪੰਜਾਬੀ ਦੇ ਜਿਹੜੇ ਉਹ ਅਲਫਾਜ਼ ਜਿਹੜੇ ਕਿ ਖਤਮ ਹੁੰਦੇ ਜਾ ਰਹੇ ਨੇ, ਜੀ ਜੀ। ਤੁਸੀਂ ਉਹਨਾਂ ਅਲਫਾਜ਼ਾਂ ਨੂੰ ਵੀ ਜ਼ਿੰਦਾ ਕਰ ਰਹੇ ਹੋ। ਤੇ ਇਹ ਕਿਆ ਤੁਹਾਡੀ ਇੱਕ ਮਤਲਬ ਇੱਕ ਇਸ ਨੂੰ ਬਤੌਰ ਇੱਕ ਮਕਸਦ ਇਸ ਨੂੰ ਤੁਸੀਂ ਵਿੱਚ ਐਡ ਕੀਤਾ ਹੈ, ਜਾਂ ਤੁਹਾਡਾ ਸ਼ੁਰੂ ਤੋਂ ਤੁਹਾਡਾ ਲਹਿਜਾ ਹੀ ਇਹ ਵੇ ਕਿ ਜਿਹੜਾ ਤੁਸੀਂ ਪੰਜਾਬੀ ਦੇ ਉਸ ਸਾਬਕਾ ਲਹਿਜੇ ਦੇ ਵਿੱਚ ਆਪਣੇ ਅਸ਼ਾਰ ਜਿਹੜੇ ਨੇ ਉਹ ਲਿਖ ਰਹੇ ਸੁਣ ਚਰਚਾ ਕੱਚ ਤੇ ਚੀਨੀ ਦਾ, ਹੂੰ। ਕੁਝ ਹੱਡੇ ਹੋਏ ਬਰਤਨ ਜਾਗੇ ਹਨ। ਵਾਹ। ਸੁਣ ਚਰਚਾ ਕੱਚ ਤੇ ਚੀਨੀ ਦਾ, ਵਾਹ ਕੁਝ ਹੱਡੇ ਹੋਏ ਬਰਤਨ ਜਾਗੇ ਹਨ। ਤੇ ਹੈ ਕਿੱਥੇ ਵੱਖੋ ਵੱਖਾ ਸਫਰ ਅਰੂੜੀਆਂ ਦਾ, ਕੁਝ ਦੂਰ ਸਿਦਕ ਕੁਝ ਲਾਗੇ ਹਨ। ਹਾਏ। ਵੱਖੋ ਵੱਖਾ ਸਫਰ ਅਰੂੜੀਆਂ ਦਾ, ਵਾਹ। ਕੁਝ ਦੂਰ ਸਿਦਕ ਕੁਝ ਲਾਗੇ ਹਨ। ਤੇ ਕੁਰਲਾਟ ਤੇ ਬੈਨ, ਲਤੀਫ ਸਾਜ਼ਦ ਸਾਹਿਬ, ਕੁਰਲਾਟ ਤੇ ਬੈਨ ਸਦੀਂਦੇ ਸੁਣੀਂਦੇ ਹੀ ਨਾ, ਕੁਰਲਾਟ ਤੇ ਬੈਨ ਸੁਣੀਂਦੇ ਹੀ ਨਾ। ਦਰਿਆ ਹੰਝੂਆਂ ਦੇ ਜਾਗੇ ਹਨ। ਕੀਤੀ ਜਦਨ ਸ਼ਨਾਖਤ ਕੌਣ ਰੁਨਾ ਹੈ, ਕੁਝ ਬਬਰੀਆਂ ਹਨ ਕੁਝ ਗਾਗੇ। ਹਾਏ। ਕਿਆ ਰੁੰਨੇ ਕੌਣ ਰੋਣ ਦੀ ਹੁਣ ਗੱਲ ਵੇਖਣੀ ਮੈਂ ਕੌਣ ਤੋਂ ਰੁੰਨਾ ਵਾਹ ਵਾਹ ਵਾਹ। ਉਹ ਕੀ ਸੀ ਜਿਹੜਾ ਰੁੰਦਾ ਅਨੀਫ ਸਿੱਦਕ ਸਾਹਿਬ, ਤੁਹਾਡਾ ਇੱਕ ਦੋੜਾ ਸੀ ਕਿ ਮੇਰੀ ਝੋਲੇ 'ਚ ਜਮਦਾ ਕਾ ਪਿਆ, ਇਸ ਤਰ੍ਹਾਂ ਕਰਕੇ ਵਾਹ ਵਾਹ। ਸਾਨੂੰ ਉਹ ਇੱਕ ਦਫਾ ਜਿਹੜਾ ਹੈ ਨਾ, ਬਸਦਰੋ ਇਹ ਲਤੀਫ ਸਾਜਦ ਸਾਹਿਬ ਜਨਾਬ, ਉਹ ਇਹ ਸੀ ਕਿ ਚੰਗੇ ਦਰਦ ਵੰਡਾਏ ਨਹੀਂ ਲੱਗਦਾ ਬਣ, ਚੰਗੇ ਦਰਦ ਵੰਡਾਏ ਨਹੀਂ ਲੱਗਦਾ ਬਣ ਕੇ, ਮੇਰਾ ਫਿਕਰ ਤੋਂ ਸੁੱਖ ਦਾ ਸਾਹ ਵੱਧਦਾ ਹੈ। ਹਾਏ। ਤੇਰੀ ਵਜ੍ਹਾ ਤੋਂ ਯਾਰ ਗਰੀਬਾਂ ਦਾ, ਹਾਂ, ਚੰਗੇ ਦਰਦ ਵੰਡਾਏ ਨਹੀਂ ਲੱਗਦਾ ਬਣ ਕੇ, ਮੇਰਾ ਫਿਕਰ ਤੋਂ ਸੁੱਖ ਦਾ ਸਾਹ ਵੱਧਦਾ ਹੈ। ਤੇਰੇ ਹੁੰਦਿਆਂ ਯਾਰ ਜੁਦਾਈਆਂ ਦਾ ਮਜਬੂਰ ਨੂੰ ਆਇਆ ਫਾ ਵੱਧਦਾ ਹੈ। ਤੇ ਤੇਰੀ ਵਜ੍ਹਾ ਤੋਂ ਵੇਖ ਲੈ ਦੁਸ਼ਮਣਾਂ ਦਾ, ਮੇਰੇ ਸਿਰ ਤੋਂ ਬਣਿਆ ਰਾਹ ਵੱਧਦਾ ਹੈ। ਅਜੇ ਹੈ ਹੀ ਕੋਈ ਕਸਰ ਉਜਾੜਨ ਦੀ, ਹੋ ਮੇਰੀ ਝੋਲੇ ਜਮਦਾ ਗਾ। ਅੱਛਾ ਅਨੀਫ ਸਿੱਦਕ ਸਾਹਿਬ, ਤੁਸੀਂ ਸਾਫ਼ ਜ਼ਾਹਿਰ ਜਿਹੜੀਆਂ ਅਜ਼ੀਮ ਸ਼ਖਸੀਅਤ ਹੋਈਆਂ ਨੇ ਦੁਨੀਆ ਤੇ, ਮਾਸ਼ਾਅੱਲਾ। ਉਹਨਾਂ ਦੇ ਤੇ ਤੁਸੀਂ ਮੁxtਲਿਫ ਸ਼ਖਸੀਅਤ ਤੇ ਤੁਹਾਡੇ ਦੌੜੇ, ਤੁਹਾਡੇ ਸ਼ੇਰ ਜਿਹੜੇ ਨੇ, ਤੁਹਾਡੀਆਂ ਨਜ਼ਮਾਂ ਜਿਹੜੀਆਂ ਨੇ ਉਹ ਸੁਣੀਆਂ ਨੇ। ਆਫਜ਼ਾਬਾਦ ਵਿੱਚ ਵੀ ਇੱਕ ਬੜਾ ਵੱਡਾ ਆਦਮੀ ਹੋ ਗੁਜ਼ਰਿਆ, ਫਜ਼ਲ ਕੋਕਾਰਾ ਜੀ ਜੀ। ਉਹਦੇ ਤੇ ਤੁਹਾਡਾ ਇੱਕ ਸ਼ੇਰ ਸੀ ਤੇ ਅਸੀਂ ਚਾਹੁੰਦੇ ਹਾਂ ਕਿ ਅੱਜ ਉਹ ਵੀ ਸੁਣਾ ਸੀ। ਮੈਂ ਜਨਾਬ ਉਹ ਅਰਜ਼ ਕਰਨਾ ਕਿ ਕਿਹੜਾ ਜਲਦ ਪੁਰਾਣੀਆਂ ਲੀਰਾਂ ਤੋਂ ਹਜ਼ੂਰ ਤਾਰਕ ਸਿੰਘ, ਮੇਰਾ ਮਕਸਦ ਇਹ ਸੀ ਲਤੀਫ ਸਾਜਦ ਸਾਹਿਬ, ਜਿਹੜਾ ਬੰਦਾ 2023 ਦਾ ਗਰੀਬ ਹੈ ਨਾ, ਪੰਜੀ ਚ ਅਮੀਰ ਹੋ ਜਾ, ਮੁੜ ਮੰਨਦਾ ਹੀ ਨਹੀਂ ਮੈਂ ਗਰੀਬ ਆ। ਇਹ ਗੱਲ ਮੇਰਾ ਮਕਸਦ ਹੈ ਕਿ ਕਿਹੜਾ ਜਲਦ ਪੁਰਾਣੀਆਂ ਲੀਰਾਂ ਤੋਂ ਤੂੰ ਸੁਰਖ ਸਿਲਾਰਾ ਬਣ ਬੈਠਾ। ਹਾਏ। ਅਜੇ ਕੱਲ ਦੀ ਗੱਲ ਹੈ, ਤੈਨੂੰ ਛਪਰੀ ਮੁਲਕ ਸਦਿੰਦਾ ਹਾ, ਉਹ ਤੂੰ ਸੱਜਣ ਚਬਾਰਾ ਬਣ ਬੈਠਾ। ਹਾਏ। ਸਖੀ ਦੇਂਦੇ ਨੇ, ਸਿਦਕ ਗਿਣੇਂਦੇ ਨਹੀਂ, ਜਿਵੇਂ ਤੂੰ ਸੁਨਿਆਰਾ ਬਣ ਬੈਠਾ। ਮੁੱਠ ਕਣਕ ਦੀ ਸੱਟ ਕੇ ਚਿੜੀਆਂ ਨੂੰ ਤੂੰ ਫਜ਼ਲ ਪੁਕਾਰਾ ਬਣ ਬੈਠਾ। ਹਾਏ। ਵਾਹ
ਵਾਹ ਵਾਹ ਵਾਹ ਵਾਹ ਇੱਕ ਮੈਂ ਆਪਣੀ ਮਰਜ਼ੀ ਨਾਲ ਜੀ ਇਹੀ ਗੱਲ ਕਿ ਜਨਾਬ ਮੇਰੇ ਮੁਹਤਰਮ ਉਹ ਇਹ ਸੀ ਕਿ ਦੱਸਾਂ ਕੇ ਵੇਖਿਆ ਹੈ ਸ਼ਾਇਰੀ ਮੇਰੀ ਸ਼ੁਰੂ ਤੋਂ ਉਲਟੀ ਹੈ ਜੀ ਦੱਸਾਂ ਕੇ ਵੇਖਿਆ ਹੈ ਅੱਜ ਕੀ ਹੋਇਆ ਹੈ ਕੱਲ ਹਾ ਕੇ ਵਾਹ ਜਿਨ੍ਹਾਂ ਨੂੰ ਮੁਲਕ ਤਰਾ ਕੇ ਰੱਖਦਾ ਉਹ ਰੱਖਦੇ ਨੇ ਮੁਲਕ ਤਰਾ ਕੇ ਹਾਏ ਅੱਜ ਸਿੱਧਕ ਖੰਗੂਰ ਕੇ ਲੱਗਦੇ ਨੇ ਇੱਕ ਨੰਬਰ ਕਰੰਡੀਆਂ ਪਾ ਕੇ ਜਿਨ੍ਹਾਂ ਟਾਕੀਆਂ ਲਾਈਆਂ ਜਗਿਆਂ ਤੇ ਝੰਡੇ ਪਾਕਿਸਤਾਨ ਤੇ ਚਾ ਵਾਹ 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 ਅੱਛਾ ਨੀਰ ਸਿੰਘ ਸਾਹਿਬ ਤੁਹਾਨੂੰ ਆਪਣੀ ਮਿੱਟੀ ਨਾਲ ਆਪਣੀ ਧਰਤੀ ਨਾਲ ਤੇ ਆਪਣੇ ਪਿੰਡ ਨਾਲ ਬੜਾ ਹੀ ਪਿਆਰ ਹੈ ਤੇ ਤੁਸੀਂ ਇੱਕ ਗੁੱਜਰ ਕਿਹਾ ਕਿਉਂਕਿ ਗੁੱਜਰ ਕੀ ਤੁਹਾਡਾ ਪਿੰਡ ਹੈ ਤੇ ਉਹਦੇ ਤੇ ਵੀ ਤੁਹਾਡਾ ਇੱਕ ਥੋੜਾ ਹੈ ਤੇ ਅਸੀਂ ਅੱਜ ਚਾਹੁੰਦੇ ਹਾਂ ਕਿ ਚਲੋ ਤੁਸੀਂ ਥੋੜਾ ਵੀ ਸਾਨੂੰ ਸਲਾਮਤ ਰੋਜੀ ਬਸਦੇ ਰਹੋ ਇਹ ਦੋ ਦੋੜੇ ਨਾ ਇਹ ਲਤੀਫ ਸਾਜਿਦ ਸਾਹਿਬ ਔਰ ਤਾਰਕ ਸਾਹਿਬ ਭਾਈ ਮਨੀਰ ਸਾਹਿਬ ਇਹਨਾਂ ਇਕੱਠਿਆਂ ਜਨਮ ਲਿਆ ਸੀ ਇਹ ਜੁੜਵੇਂ ਦੋਵੇਂ ਭਾਈ ਦੋਵੇਂ। ਅੱਛਾ ਇੱਕ ਤਾਂ ਪਹਿਲਾਂ ਇਹ ਸੀ ਕਿ ਪਤਾ ਲੱਗ ਗਿਆ ਤੇਰੀਆਂ ਨੀਤਾਂ ਦਾ ਅੱਜ ਸੱਜਣ ਅਣਜਾਣਾ ਕੌਣ ਹੈ ਵਾਹ ਤੇਰੇ ਦਰ ਤੇ ਬੰਨੇ ਹੋਏ ਕਾਸੇ ਦਾ ਕਰੇ ਰੋਜ਼ ਜੁੜਾਣਾ ਕੌਣ ਉਂਝ ਨਾ ਸਹੀ ਚਲੋ ਉਂਝ ਤੁਸੀਂ ਕਮਲਾ ਆਦੇ ਹੋ ਕਮਲਾ ਹੀ ਆ ਉਂਝ ਨਾ ਸਹੀ ਸੰਗਤ ਦੇ ਮਾਮਲੇ ਵਿੱਚ ਮੈਥੋਂ ਸਿੱਧਕ ਸਿਆਣਾ ਕੌਣ ਹੈ ਉਸ ਦਰ ਤੇ ਬੰਨਣ ਦਾ ਕੀ ਫਾਇਦਾ ਹੈ ਜਿੱਥੇ ਪੁੱਛਣ ਪਿਰਾਣਾ ਕੌਣ ਵਾਹ ਵਾਹ ਕਿਆ ਜੀ ਹੋਰ ਦੱਸੋ ਵਾਹ ਉਸ ਦਰ ਤੇ ਬੰਨਣ ਦਾ ਕੀ ਫਾਇਦਾ ਹੈ ਜਿੱਥੇ ਪੁੱਛਣ ਪਿਰਾਣਾ ਕੌਣ ਕੌਣ ਹੈ ਹੈ ਓਏ ਤੇ ਬਿਲਾ ਉਹ ਇਹ ਸੀ ਕਿ ਤੂੰ ਬੇਲੀਆ ਉੱਤੋਂ ਬੇਲੀ ਹੈ ਅੱਛਾ ਸੱਚ ਹੈ ਜੀ ਅੱਛਾ ਅਰਜ਼ ਜੀ ਕਿ ਤੂੰ ਬੇਲੀਆ ਉੱਤੋਂ ਬੇਲੀ ਹੈ ਵਿੱਚੋਂ ਦੁਸ਼ਮਣ ਉਜੜ ਗਿਆ ਆਂਦਾ ਗਿਆਨ ਹਾਏ ਹਾਏ ਅਸੀਂ ਤੇਰੀ ਪਰਖ ਪਛਾਣ ਚ ਨਹੀਂ ਇਹ ਫਰਕ ਹੈ ਯਾਰ ਧਿਆਨ ਦਾ ਹਾਏ ਤੇ ਬੰਦੇ ਆਪਣਾ ਸੱਜਣ ਸਿਆਣ ਨਹੀਂ ਲੈਂਦੇ ਵਾਹ ਜਿਹੜਾ ਹੋਵੇ ਰਸ਼ ਬੰਦਿਆਂ ਬੰਦਿਆਂ ਦਾ ਦਾ। ਉਹ ਤੈਨੂੰ ਜਿੱਦਣ ਵੀ ਮਿਲੀ ਹੈ ਦੱਸਣਾ ਪਉਂਦਾ ਮੈਂ ਸਿੱਧਾ ਕਾਂ ਗੁੱਜਰ ਗੁੱਜਰ ਗਿਆ। ਵਾਹ ਮੈਂ ਚਾਹਨਾ ਕਿ ਸਾਕੀ ਸਟੂਡੀਓ ਦੇ ਬਾਰੇ ਜਾਂ ਇਹਨਾਂ ਜਿਹੜੇ ਇਹਨਾਂ ਦੇ ਬਾਨੀਆਂ ਨੇ ਇਹਨਾਂ ਦੇ ਬਾਰੇ ਕੁਝ ਚੰਦ ਜੁਮਲੇ ਸਾਨੂੰ ਤਾਂ ਫਰਮਾਓ ਕਿ ਸਾਨੂੰ ਇਸ ਦੀ ਬਿਹਤਰੀ ਵਾਸਤੇ ਹੋਰ ਕੀ ਕਰਨਾ ਮੈਂ ਹੈ। ਉਹ ਜਨਾਬ ਨੂੰ ਨਾ ਮੈਂ ਸਪੈਸ਼ਲਿਸਟ ਅੱਜ ਮੇਰਾ ਪਹਿਲਾ ਪ੍ਰੋਗਰਾਮ ਆ ਔਰ ਇਹ ਤਾਰਕ ਸਾਹਿਬ ਦੇ ਹੁਕਮ ਤੇ ਨਾ ਐਮਰਜੈਂਸੀ ਆ ਜੀ ਬਾਕੀ ਉਸ ਤੋਂ ਬਾਅਦ ਮੈਂ ਇਹ ਲੋਕ ਜਿਹੜੇ ਨਾ ਇਹ ਜੰਗ ਦੇ ਉਹ ਆਂਦੇ ਸਨ ਕਿ ਸ਼ਾਇਰੀ ਇੱਥੋਂ ਸ਼ੁਰੂ ਹੋਈ ਤੇ ਇੱਥੇ ਮੁੱਕ ਜਾਣੀ ਉਹਨਾਂ ਜੰਗ ਨਹੀਂ ਉਹਨਾਂ ਨੇ ਦੱਸਿਆ ਹੈ। ਜੇ ਉਹਨਾਂ ਨੇ ਦੱਸਿਆ ਕਿ ਸ਼ਾਇਰੀ ਇੱਥੇ ਜੰਗ ਨਹੀਂ ਲਾਇਆ ਜੇ ਉਹ ਦੱਸੇ ਇੱਥੇ ਨਹੀਂ ਸ਼ਾਇਰੀ ਸ਼ਾਇਰੀ ਅੱਲਾ ਮਰਜ਼ੀਆਂ ਨਾਲ ਵਰਤਾਈ ਵਾਹ ਹਾਂਜੀ। ਉਹ ਇਸ ਵਾਸਤੇ ਮੈਂ ਉਹ ਪੋਸਟ ਕਰਨ ਵਾਲਾ ਇਨਸ਼ਾਅੱਲਾ ਉਹ ਪਰੇਸ਼ਾਨ ਹੋਣ ਤੇ ਬੜੇ ਲੇਕਿਨ ਉਹ ਲੜਾਈ ਝਗੜਾ ਸਾਰਾ ਕੁਝ ਹੋਵੇਗਾ ਉਹ ਮੈਂ ਲਿਖਿਆ ਸੀ ਕਿ ਤਾਰਕ ਸਾਹਿਬ ਜੀ। ਲਤੀਫ ਸਾਜਿਦ ਸਾਹਿਬ ਇਫਤਖਾਰ ਆਦਿਲ ਸਾਹਿਬ ਉਹ ਸੀ ਕਿ ਜਦੋਂ ਲਿਖਣਾ ਹੈ ਮੈਂ ਦਰਦਾਂ ਦੀ ਵਾਹ ਕੁੱਲ ਹਮ ਤਾਇਦਾਦ ਨੂੰ ਲਿਖਣਾ ਹੈ ਵਾਹ ਜਦੋਂ ਲਿਖਣਾ ਹੈ ਮੈਂ ਦਰਦਾਂ ਦੀ ਕੁੱਲ ਹਮ ਤਾਇਦਾਦ ਨੂੰ ਲਿਖਣਾ ਹੈ ਫਰਿਆਦ ਮੁਰਾਦ ਨੂੰ ਲਿਖਣਾ ਹੈ ਬਰਬਾਦ ਆਬਾਦ ਨੂੰ ਲਿਖਣਾ ਹੈ ਵਾਹ 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 ਨਫੇ ਤੇ ਨੁਕਸਾਨ ਨੂੰ ਲਿਖਣਾ ਹੈ ਵਾਹ ਨਫੇ ਤੇ ਨੁਕਸਾਨ ਨੂੰ ਲਿਖਣਾ ਹੈ ਹਰ ਚੋਰ ਤੇ ਸਾਧ ਨੂੰ ਲਿਖਣਾ ਹੈ ਗੁਣ ਖਾਦਾ ਕਾਟ ਦੀਵਾਰ ਬਨੇਰੇ ਹਾਏ ਹਾਏ ਢਹਿ ਪਈ ਬੁਨਿਆਦ ਨੂੰ ਲਿਖਣਾ ਹੈ ਸਦਕੇ ਉਹ ਮੈਂ ਹਰ ਇੱਕ ਕੈਦੀ ਲਿਖਣਾ ਹੈ ਵਾਹ ਹਰ कै ਆਜ਼ਾਦ ਨੂੰ ਲਿਖਣਾ ਹੈ ਆ ਗਈ ਭੁੱਖ ਤਸ ਨੂੰ ਲਿਖਣਾ ਹੈ ਵਾਹ ਤੁਰ ਗਈ ਜਾਇਦਾਦ ਨੂੰ ਲਿਖਣਾ ਹੈ ਵਾਹ ਕਸ਼ਕੋਲ ਫਕੀਰ ਦਾ ਲਿਖਣਾ ਹੈ ਸਖੀ ਦੀ ਇਮਦਾਦ ਨੂੰ ਲਿਖਣਾ ਹੈ ਸਦਕੇ ਕਸ਼ਕੋਲ ਫਕੀਰ ਦਾ ਲਿਖਣਾ ਹੈ ਸਖੀ ਦੀ ਇਮਦਾਦ ਨੂੰ ਲਿਖਣਾ ਹੈ ਤੇ ਮੈਂ ਘੁੰਗਰੂ ਲਿਖਣ ਕੰਜਰੀ ਦੇ ਹਾਏ ਹਾਏ ਮੈਂ ਘੁੰਗਰੂ ਲਿਖਣ ਕੰਜਰੀ ਦੇ ਵਾਹ ਦਰਵੇਸ਼ ਦੇ ਨਾਦ ਨੂੰ ਲਿਖਣਾ ਹੈ ਵਾਹ ਕੇ ਪਹਿਲੀ ਵਾਰੀ ਕਰੀਏ ਕਦੀ ਨਾ ਯਾਦ ਦਾ ਗਿਲਾ ਸਾਕੀ ਬੰਦੇ ਰੁੱਲ ਜਾਂਦੇ ਲਾਈ ਲੱਗ ਹੋ ਕੇ ਹਾਂ। ਇਹ ਸਾਕੀ ਸਟੂਡੀਓ ਸਾਡੇ ਅੱਜ ਦੇ ਮਹਿਮਾਨ ਸ਼ਾਇਰ ਪੰਜਾਬੀ ਦੇ ਮਹਾਨ ਸ਼ਾਇਰ ਜਨਾਬ ਅਲੀ ਸਿੱਦਕ ਸਾਹਿਬ ਸਨ ਤੇ ਸਾਕੀ ਸਟੂਡੀਓ ਦਾ ਇਹ ਦੀਵਾ ਜਿਹੜਾ ਕਿ ਸਾਕੀ ਸਾਹਿਬ ਨੇ ਬਾਲਿਆ ਸੀ ਉਹਨਾਂ ਦੇ ਹੋਣਹਾਰ ਸ਼ਾਗਿਰਦਾਂ ਨੇ ਉਸੇ ਹੀ ਚਾਨਣ ਨਾਲ ਇਹ ਦੀਵਾ ਜਿਹੜਾ ਉਸੇ ਤਰ੍ਹਾਂ ਹੀ ਫਿਰ ਬਾਲ ਦਿੱਤਾ ਮਾਸ਼ਾਅੱਲਾ। ਔਰ ਇਹਨਾਂ ਦੇ ਪੁੱਤਰ ਇਹਨਾਂ ਦੇ ਸ਼ਾਗਿਰਦ ਇਹ ਸਾਕੀ ਸਟੂਡੀਓ ਵਾਸਤੇ ਬੜੀਆਂ ਨੇਕ ਖੈਸ਼ਾਤ ਰੱਖਦੇ ਨੇ ਅਨੀਫ ਸਿੱਦਕ ਸਾਹਿਬ ਵੀ ਫਰਮਾ ਰਹੇ ਸਨ ਅੱਲਾਹ करे साकी स्टूडियो दिन दुगनी और रात चुगनी तरक्की करे अपने मेहरबान लतीफ साजिद को इजाजत दो इंशाअल्लाह ताला नेक्स्ट बंदे ना अस्सलाम वालेकुम।